ਵਾਹਿਗੁਰੂ ਸਾਹਿਬ ਜੀਓ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹਿ, ਜੀ ਜੰਤ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣੈ, ਆਖੈ ਤਾ ਵੇਖੈ ਸਭ ਤੂੰ ਹੈ। ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ। ਤੇਰਾ ਅੰਤ ਨਾ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ। ਤੇਰਾ ਅੰਤ ਨਾ ਪਾਇਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸਤਿਗੁਰਾਂ ਕੀ ਪਾਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ ਔਰ ਬੜੀ ਇਕਾਗਰਤਾ ਦੇ ਨਾਲ ਆਪ ਜੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਨ ਕਰ ਰਹੇ ਸੋ। ਆਓ ਸਾਧ ਸੰਗਤ ਜੀ, ਜੋ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਪਾਵਨ ਅੰਮ੍ਰਿਤ ਬਚਨ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਅੰਦਰੋਂ ਇਹ 12ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਗੁਰੂ ਕਿਰਪਾ ਸਦਕਾ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਤਿਗੁਰ ਕੀ ਪਾਵਨ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਸਮਝਣਾ ਹੈ ਕਿ ਸਤਿਗੁਰਾਂ ਨੇ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਸਮੁੱਚੀ ਲੋਕਾਈ ਖਲਕਤ ਨੂੰ, ਮਨੁੱਖਤਾ ਨੂੰ ਕੀ ਉਪਦੇਸ਼ ਕੀਤਾ ਹੈ। ਆਓ ਸਾਧ ਸੰਗਤ, ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਨੇ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੀ ਹਸਤੀ ਦਾ ਜ਼ਿਕਰ ਜਦੋਂ ਬਾਣੀ ਦੇ ਵਿੱਚ ਕੀਤਾ ਹੈ, ਇਹ ਬਚਨ ਅਸੀਂ ਅੰਮ੍ਰਿਤ ਬਾਣੀ ਵਿੱਚੋਂ ਵਾਰ-ਵਾਰ ਪੜ੍ਹਦੇ ਹਾਂ ਕਿ ਉਹ ਮਾਲਕ ਅਕਾਲ ਪੁਰਖ ਬੇਅੰਤ ਹੈ। ਉਹਨੂੰ ਬੇਅੰਤ ਇਸ ਕਰਕੇ ਆਖਿਆ ਜਾਂਦਾ ਹੈ ਕਿ ਉਸ ਕਰਤੇ ਦੀ ਬਣਾਈ ਇਸ ਕੁਦਰਤ ਦੇ ਅੰਦਰ ਹਰ ਚੀਜ਼ ਜਿਹੜੀ ਹੈ ਉਹਦਾ ਕੋਈ ਪਾਰਾਵਾਰ ਨਹੀਂ। ਹਰ ਚੀਜ਼ ਮਾਲਕ ਦੀ ਬਣਾਈ ਕੁਦਰਤ ਦੇ ਅੰਦਰ ਬੇਅੰਤ ਹੈ।
ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੇ ਅੰਮ੍ਰਿਤ ਬਚਨ, ਪਾਵਨ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪ 3 ਪੌੜੀਆਂ ਦਾ ਪਾਠ ਲਗਾਤਾਰ ਇਕੱਠਾ ਕਰਦੇ ਹੋ। ਪਾਵਨ ਬਾਣੀ ਵਿੱਚੋਂ ਜਿਨ੍ਹਾਂ ਵਿੱਚ ਸਤਿਗੁਰ ਨੇ ਜ਼ਿਕਰ ਕੀਤਾ ਹੈ ਕਿ ਹੇ ਮੇਰੇ ਮਾਲਕ ਜੀ, ਤੇਰੀ ਬਣਾਈ ਇਸ ਕੁਦਰਤ, ਤੇਰੀ ਬਣਾਈ ਹੋਈ ਇਹ ਕਾਇਨਾਤ, ਇਸ ਕੁਦਰਤ, ਇਸ ਕਾਇਨਾਤ ਨੂੰ ਸਤਿਗੁਰ ਜੀ ਮੈਂ ਕੀ ਬਖਾਨ ਕਰਾਂ। ਮੈਂ ਅਸਲ ਵਿੱਚ ਤੇਰੇ ਇਸ ਸਮੁੱਚੇ ਪਸਾਰੇ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਜਾ ਸਕਦਾ। ਸਹਿਬਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜਿੱਥੇ ਸਤਿਗੁਰ ਜ਼ਿਕਰ ਕਰਦੇ ਨੇ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਤੇ ਅੰਤ ਵਿੱਚ ਜਾ ਕੇ ਸਭ ਕਹਿੰਦੇ ਨੇ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰ ਤੂੰ ਬੇਅੰਤ ਹੈ। ਅਸੀਂ ਤੇਰੀ ਬਣਾਈ ਇਸ ਕੁਦਰਤ ਦਾ ਹੀ ਪਾਰਾਵਾਰ ਨਹੀਂ ਪਾ ਸਕਦੇ। ਸਤਿਗੁਰ ਤੇਰੇ ਗੁਣਾਂ ਦਾ ਅੰਤ ਕਿੱਥੋਂ ਪਾ ਲਵਾਂਗੇ। ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇਸ ਸਮੁੱਚੇ ਬ੍ਰਹਿਮੰਡ ਦਾ ਪਸਾਰਾ, ਇਸ ਸਮੁੱਚੇ ਬ੍ਰਹਿਮੰਡ ਦੀ ਜੋ ਰਚਨਾ ਹੈ, ਇਸ ਸਮੁੱਚੇ ਬ੍ਰਹਿਮੰਡ ਦੇ ਅੰਦਰ ਜੋ ਕੁਝ ਨਜ਼ਰ ਆ ਰਿਹਾ ਹੈ, ਇਹ ਸਭ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਪ੍ਰਮਾਤਮਾ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਹੈ। ਇਹ ਸਭ ਕੁਝ ਉਸ ਮਾਲਕ ਦਾ ਬਣਾਇਆ ਤੇ ਥਾਪਿਆ ਹੋਇਆ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ, ਸਾਡੀ ਜੀਵਾਂ ਦੀ ਹਸਤੀ ਇੱਕ ਉਸ ਮਛਲੀ ਦੀ ਤਰ੍ਹਾਂ ਹੈ ਜਿਹੜੀ ਸਮੁੰਦਰ ਦੇ ਅੰਦਰ ਨਿਰਵਾਹ ਤੇ ਕਰਦੀ ਏ। ਸਮੁੰਦਰ ਦੇ ਪਾਣੀ ਦੇ ਅੰਦਰ ਜੀਵਨ ਤੇ ਬਤੀਤ ਕਰਦੀ ਏ। ਪਰ ਉਹ ਜੇ ਸਮੁੰਦਰ ਦਾ ਪਾਰਾਵਾਰ ਜਾਣਨ ਲੱਗ ਜਾਏ, ਉਸ ਮਛਲੀ ਨੂੰ ਭਾਵੇਂ ਕਿੰਨੇ ਵੀ ਜਨਮ ਕਿਉਂ ਨਾ ਲੈਣੇ ਪੈਣ, ਉਹ ਸਮੁੰਦਰ ਦਾ ਪਾਰਾਵਾਰ ਨਹੀਂ ਪਾ ਸਕਦੀ। ਸਮੁੰਦਰ ਜੀਵਨ ਹੈ ਉਸ ਮਛਲੀ ਦਾ, ਪਰ ਸਤਿਗੁਰ ਕਹਿੰਦੇ ਨੇ ਸਮੁੰਦਰ ਦਾ ਪਾਰਾਵਾਰ ਮਛਲੀ ਨਹੀਂ ਪਾ ਸਕਦੀ। ਆਪ ਬਾਣੀ ਵਿੱਚੋਂ ਬਚਨ ਪੜ੍ਹਦੇ ਹੋ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ। ਇਹ ਮੇਰੇ ਸਤਿਗੁਰ ਤੂੰ ਦਰਿਆਓ ਹੈ। ਦਰਿਆਓ ਦਾ ਮਤਲਬ ਹੈ ਦਰਿਆ, ਦਾਨਾ ਦਾ ਮਤਲਬ ਹੁੰਦਾ ਹੈ ਜਾਣਨ ਵਾਲਾ, ਬੀਨਾ ਦਾ ਮਤਲਬ ਹੁੰਦਾ ਹੈ ਬੋਲਣ ਵਾਲਾ। ਸਤਿਗੁਰ ਤੂੰ ਸਭ ਕੁਝ ਜਾਣਨ ਵਾਲਾ ਤੇ ਸਭ ਕੁਝ ਵੇਖਣ ਵਾਲਾ ਹੈ। ਸਭ ਕੁਝ ਤੇਰੀ ਨਜ਼ਰ ਵਿੱਚ ਹੈ, ਤੇਰੀ ਨਜ਼ਰ ਤੋਂ ਬਾਹਰ ਕੁਝ ਵੀ ਨਹੀਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਪਰ ਸਤਿਗੁਰ ਇਹ ਸਾਚੇ, ਜੇ ਮੈਂ ਮਛਲੀ ਭਾਵ ਆਪਣੇ ਆਪ ਨੂੰ ਸਤਿਗੁਰ ਨੇ ਮਛਲੀ ਦੀ ਸੰਗਿਆ ਦਿੱਤੀ ਹੈ, ਤੇ ਉਸ ਪ੍ਰਮਾਤਮਾ ਅਕਾਲ ਪੁਰਖ ਨੂੰ ਸਤਿਗੁਰ ਨੇ ਦਰਿਆਓ ਦੀ ਭਾਵ ਦਰਿਆ ਦੀ ਸੰਗਿਆ ਦਿੱਤੀ ਹੈ। ਦਰਿਆ ਉਹ ਪਾਣੀ, ਸਮੁੰਦਰ ਦਾ ਦਰਿਆ ਦਾ ਪਾਣੀ, ਨਾ ਉਹਨੂੰ ਕੋਈ ਨਾਪ ਸਕਦਾ ਨਾ ਕੋਈ ਤੋਲ ਸਕਦਾ ਹੈ। ਸਮੁੰਦਰ ਦੇ ਅੰਦਰ ਦੀ ਗਹਿਰਾਈ ਨੂੰ ਕੋਈ ਨਾਪਣ ਲੱਗ ਜਾਏ, ਸਤਿਗੁਰ ਕਹਿੰਦੇ ਨੇ ਕਿੰਨੇ ਜਨਮ ਲੈ ਲਏ ਨਾਪੀ ਨਹੀਂ ਜਾ ਸਕਦੀ। ਗੁਰਦੇਵ ਪਿਤਾ ਕਹਿੰਦੇ ਨੇ ਅਸੀਂ ਸਭ ਜੀਵ ਜੋ ਪਰਮਾਤਮਾ ਦੀ ਇਸ ਕੁਦਰਤ ਵਿੱਚ ਸਾਹ ਲੈ ਰਹੇ ਹਾਂ, ਅਸੀਂ ਸਭ ਜੀਵ ਇਸ ਸੰਸਾਰ ਸਮੁੰਦਰ ਦੇ ਅੰਦਰ ਇੱਕ ਮਛਲੀ ਦੀ ਨਿਆਈ ਹਾਂ। ਅਸੀਂ ਇਹਦੇ ਵਿੱਚ ਜੀਵਨ ਤੇ ਮਾਣ ਸਕਨੇ ਹਾਂ, ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਤੇ ਇਹਦੇ ਅੰਦਰੋਂ ਲੈ ਕੇ ਆਪਣਾ ਜੀਵਨ ਯਾਪਨ ਤੇ ਕਰ ਸਕਨੇ ਹਾਂ। ਪਰ ਇਸ ਸਮੁੰਦਰ ਦਾ ਅੰਤ ਪਾ ਲੈਣਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਇਸ ਮਨੁੱਖ ਦੇ ਹੱਥ ਤੇ, ਮਨੁੱਖ ਦੇ ਜੀਵਨ ਦੀ, ਜਾਂ ਇਉਂ ਕਹਿ ਲਓ ਇਹ ਮਨੁੱਖ ਦੀ ਇਸ ਮਸਤਿਸ਼ਕ, ਇਸ ਮਾਈਂਡ ਤੋਂ, ਇਸ ਦਿਮਾਗ ਤੋਂ ਬਹੁਤ ਪਰੇ ਦੀ ਗੱਲ ਹੈ। ਕਿਉਂਕਿ ਇਹ ਜਿਹੜਾ ਪਸਾਰਾ ਹੈ, ਇਹ ਜਿਹੜਾ ਮਾਈਂਡ ਹੈ, ਇਹ ਦਿਸ ਦੇ ਪਸਾਰੇ ਨੂੰ ਤੇ ਬਿਆਨ ਕਰ ਸਕਦਾ ਹੈ। ਪਰ ਸਤਿਗੁਰ ਕਹਿੰਦੇ ਨੇ ਇਸ ਮਾਲਕ ਜੀ, ਇਸ ਏਡੀ ਵੱਡੀ ਕੁਦਰਤ ਅੰਦਰੋਂ
ਬੰਦਾ ਤੇਰੀ ਬੇਅੰਤਤਾਈ ਨੂੰ ਕਦੀ ਅੰਤ ਤੱਕ ਨਹੀਂ ਪਹੁੰਚ ਸਕਦਾ, ਤੇਰੀ ਇਸ ਬੇਅੰਤਤਾਈ ਦਾ ਅੰਤ ਨਹੀਂ ਪਾ ਸਕਦਾ। ਇਸੇ ਕਰਕੇ ਅੱਜ ਧੰਨ ਗੁਰੂ ਅਮਰਦਾਸ ਜੀ ਨੇ ਜਿਹੜੇ ਅੰਮ੍ਰਿਤ ਬਚਨ ਕਹੇ ਨੇ, ਸਭ ਕਹਿੰਦੇ ਨੇ ਅਗੰਮ ਦਾ ਆਖਰੀ ਅਰਥ ਹੈ ਜਿੰਦੇ ਤੱਕ ਪਹੁੰਚ ਨਾ ਹੋਵੇ। ਗਮ ਕਹਿੰਦੇ ਨੇ ਪਹੁੰਚਣਾ, ਅਗੇਤਰ ਐੜਾ ਲੱਗਾ ਹੈ, ਇਹਦਾ ਮਤਲਬ ਹੈ ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਵੇਖੋ ਪਰਮਾਤਮਾ ਦੀ ਹਸਤੀ ਨੂੰ ਸਤਿਗੁਰ ਨੇ ਬਾਣੀ ਵਿੱਚ ਬਿਆਨ ਕੀਤਾ ਹੈ। ਆਪ ਮੂਲ ਮੰਤਰ ਦੇ ਅੰਦਰ ਉਸ ਰੱਬ ਜੀ ਦੇ ਗੁਣਾਂ ਦਾ ਜ਼ਿਕਰ ਪੜ੍ਹਦੇ ਹੋ। ਸਭ ਜੀ ਕਹਿੰਦੇ ਨੇ ਉਹ ਇੱਕ ਹੈ, ਕਿਸੇ ਭੁਲੇਖੇ ਵਿੱਚ ਨਾ ਕੋਈ ਮਨੁੱਖ ਰਹਿ ਜਾਏ ਵੀ ਕੋਈ ਆਖੇ ਸੰਸਾਰ ਦੇ ਅੰਦਰ ਰੱਬ ਦੀ ਬਣਾਈ ਇਸ ਕੁਦਰਤ ਦੇ ਅੰਦਰ ਪੈਦਾ ਕੋਈ ਹੋਰ ਕਰਦਾ ਹੈ, ਰਿਜ਼ਕ ਕੋਈ ਹੋਰ ਦਿੰਦਾ ਹੈ, ਮਾਰਦਾ ਕੋਈ ਹੋਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਪੁਰਾਣੀ ਫਿਲੋਸਫੀ ਨੂੰ ਕੰਡੈਮ ਕੀਤਾ, ਸਮੁੱਚੀ ਲੋਕਾਈ ਦੇ ਸਾਹਮਣੇ ਬਚਨ ਰੱਖੇ ਵੀ ਨਹੀਂ, ਇਹ ਸਾਰੀ ਕੁਦਰਤ ਨੂੰ ਬਣਾਉਣ ਵਾਲਾ, ਥਾਪਣ ਵਾਲਾ, ਸੰਘਾਰ ਕਰਨ ਵਾਲਾ ਸਿਰਫ ਇੱਕ ਕਰਤਾ ਹੈ। ਆਪ ਹੀ ਬਚਨ ਪਾਵਨ ਬਾਣੀ ਵਿੱਚੋਂ ਪੜ੍ਹਦੇ ਵੀ ਹੋ। ਸਾਹਿਬ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਲੋਕਾਂ ਦਾ ਮਤ, ਸਤਿਗੁਰ ਨੇ ਪਹਿਲੋਂ ਦੁਨੀਆ ਦਾ ਮਤ ਰੱਖਿਆ। ਫਿਰ ਸਾਹਿਬ ਜੀ ਕਹਿੰਦੇ ਨੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਿਡਾਨ। ਸਤਿਗੁਰ ਕਹਿੰਦੇ ਨੇ ਉਹ ਜਿਵੇਂ ਉਹਨੂੰ ਪਾਉਂਦਾ ਹੈ ਅਸਲ ਵਿੱਚ ਉਹ ਰੱਖਦਾ ਉਵੇਂ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਸੂਹੀ ਰਾਗ ਵਿੱਚ ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ। ਪਾਤਸ਼ਾਹ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਰਮ ਕਮਾਏ। ਤਿੰਨਾਂ ਗੁਣਾਂ ਦੇ ਅੰਦਰ ਇਸ ਮਾਇਆ ਦੇ ਤਿੰਨ ਗੁਣ ਨੇ, ਧਿਆਨ ਦੇਣਾ। ਇਹਨੂੰ ਜੇ ਸਮਝ ਲਈਏ ਤੇ ਇਹ ਤਿੰਨ ਗੁਣ ਨੇ, ਤੇ ਜੇ ਇਹਨਾਂ ਨੂੰ ਸਮਝਿਆ ਨਾ ਜਾਏ ਤੇ ਇਹ ਤਿੰਨੇ ਇਸ ਜੀਵਨ ਦੇ ਅੰਦਰ ਅਵਗੁਣ ਬਣ ਜਾਂਦੇ ਨੇ। ਮੈਂ ਫਿਰ ਬੇਨਤੀ ਕਰਦੇ ਹਾਂ ਗੁਰਮੁਖੋ, ਇਹ ਇਸ ਸਰੀਰਕ ਢਾਂਚੇ ਦੇ ਅੰਦਰ ਜੋ ਕੁਝ ਰੱਬ ਨੇ ਪੈਦਾ ਕੀਤਾ ਹੈ। ਵੇਖੋ ਕੱਲ ਵੀ ਇੱਕ ਬੇਨਤੀ ਕੀਤੀ ਸੀ ਵੀ ਰੱਬ ਨੇ 5 ਗਿਆਨ ਇੰਦਰੇ ਦਿੱਤੇ ਨੇ ਮਨੁੱਖ ਨੂੰ। ਇਹਨਾਂ 5 ਗਿਆਨ ਇੰਦਰਾਂ ਦਾ ਕਰਮ ਹੈ ਵੀ ਬੰਦੇ ਨੂੰ ਗਿਆਨ ਦੇਣਾ। ਅੱਖਾਂ ਨਾਲ ਅਸੀਂ ਵੇਖਨੇ ਆ, ਸਾਨੂੰ ਸਭ ਕੁਝ ਸੰਸਾਰ ਦੇ ਪਸਾਰੇ ਦੀ ਸੋਝੀ ਆਉਂਦੀ ਹੈ। ਆ ਕੰਨਾਂ ਨਾਲ ਅਸੀਂ ਸੁਣਦੇ ਆ, ਸਾਨੂੰ ਵੱਖ-ਵੱਖ ਜੀਵਾਂ ਦੀ ਆਵਾਜ਼ ਪਤਾ ਲੱਗਦੀ ਏ। ਇਹ 5 ਗਿਆਨ ਇੰਦਰੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ। ਇਹਨਾਂ ਰਾਹੀਂ ਬੰਦਾ ਗਿਆਨ ਹਾਸਲ ਕਰਦਾ ਹੈ। ਪਰ ਧਿਆਨ ਦੇਣਾ, ਜੇ 5 ਇੰਦਰੇ ਸਿਰਫ ਰਸ ਤੇ ਟਿਕ ਜਾਣ, ਫਿਰ ਅੱਖਾਂ ਨੂੰ ਸਵਾਏ ਪਰਾਏ ਤਨ ਤੇ ਤਨ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ। ਫਿਰ ਕੰਨਾਂ ਨੂੰ ਸਿਵਾਏ ਨਿੰਦਾ ਚੁਗਲੀ ਸੁਣਨ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ। ਬਸ ਇੱਕ ਕੰਨਾਂ ਦੀ ਸਰੋਤ ਨਿੰਦਾ ਚੁਗਲੀ ਬਣ ਜਾਂਦੀ ਹੈ, ਅੱਖਾਂ ਦੀ ਸਰੋਤ ਪਰਤਨ ਬਣ ਜਾਂਦਾ ਹੈ, ਪੈਰਾਂ ਦਾ ਕਰਮ ਮਾੜੇ ਪਾਸੇ ਚੱਲਣਾ ਬਣ ਜਾਂਦਾ ਹੈ, ਹੱਥਾਂ ਦਾ ਕਰਮ ਕਿਸੇ ਦਾ ਕੁਝ ਖੋਣਾ ਬਣ ਜਾਂਦਾ ਹੈ। ਇਹ ਸਭ ਕਰਮ ਜਿਹੜੇ ਨੇ ਗਿਆਨ ਇੰਦਰੇ, ਜੇ ਨਾ ਸਮਝਿਆ ਜਾਏ ਤੇ ਸੱਚ ਵਿੱਚ ਇਹ ਰਸ ਵਿੱਚ ਖੱਜਤ ਹੋ ਕੇ ਇਹ ਫਿਰ ਵਿਖਿਆ ਤੇ ਜ਼ਹਿਰ ਇਕੱਠਾ ਕਰਦੇ ਨੇ। ਹੈ ਤੇ ਨਾਲ ਹੀ ਨਾ, ਸਮਝ ਲਈਏ ਤੇ ਇਹ ਪਰਮਾਤਮਾ ਦੇ ਘਰ ਤੱਕ ਲੈ ਜਾਣ ਦੇ ਬੰਦੇ ਨੂੰ ਸਮਰੱਥ ਬਣਾ ਦਿੰਦੇ ਨੇ। ਤਾਂ ਹੀ ਬਾਬਾ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕਿਹਾ, ਉਹਨਾਂ ਦਾ ਤੁਸੀਂ ਬਹੁਤ ਪਿਆਰਾ ਬਚਨ ਪੜ੍ਹਦੇ ਹੋ। ਉਹ ਕਹਿੰਦੇ ਨੇ ਸਤਿਗੁਰ ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਅੱਖਾਂ ਨੇ, ਨਕਟੂ ਨੱਕ ਨੇ, ਸ਼ਰਵਨੂ ਕੰਨਾਂ ਨੇ, ਰਸਪਤ ਜੀਭਾਂ ਨੇ, ਇੰਦਰੀਆਂ ਨੇ, ਕਰਮ ਨਾ ਮਾਨਾ। ਸਤਿਗੁਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੈਂ ਬਹੁਤ ਸਮਝਾਇਆ ਵੀ ਤੁਹਾਡਾ ਕਰਮ ਕੁਝ ਹੋਰ ਹੈ, ਤੁਸੀਂ ਕੁਝ ਹੋਰ ਕਰ ਰਹੇ ਹੋ। ਇੰਦਰੀ ਕਹਿਆ ਨਾ ਮਾਨਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ, ਬਾਬਾ ਅਬ ਨਾ ਬਸੋਂ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੇ, ਕਾਇਤ ਚੇਤੋ ਨਾਮ। ਸਤਿਗੁਰੂ ਇਸ ਸਰੀਰ ਰੂਪੀ ਘਰ ਦੇ ਅੰਦਰ ਕਿਵੇਂ ਰਵਾਂ, ਇੱਥੇ ਕੋਈ ਕਹਿਣੇ ਵਿੱਚ ਨਹੀਂ। ਇਹਨਾਂ ਦਾ ਮਨੋਰਥ ਜੋ ਹੈ ਸਭ ਆਪਣੇ ਮਨੋਰਥ ਤੋਂ ਟੁੱਟੇ ਹੋਏ ਨੇ। ਇਹ ਮੇਰੇ ਸਤਿਗੁਰੂ ਜੀ ਕਿਵੇਂ? ਹੁਣ ਸਾਹਿਬ ਜੀ ਨੇ ਜਿਹੜੇ ਬਚਨ ਕੇ ਪਾਤਸ਼ਾਹ ਕਹਿੰਦੇ ਨੇ ਬਾਬਾ ਅਬ ਨਾ ਬਸੋ ਇਹ ਗਾਉ, ਘਰੀ ਘਰੀ ਕਾ ਲੇਖਾ ਮੰਗੇ, ਕਾਇਤ ਚੇਤੋ ਨਾਉ। ਸਤਿਗੁਰੂ ਕਿਵੇਂ ਤੈਨੂੰ ਚੇਤਾ ਕਰਾਂ, ਕਿਵੇਂ ਤੈਨੂੰ ਯਾਦ ਕਰਾਂ? ਕਿਉਂਕਿ ਯਾਦ ਕਰਨ ਦੇ ਲਈ
ਇਹਨਾਂ ਸਭਨਾਂ ਦੇ ਅੰਦਰ ਤੇਰਾ ਨਾਮ, ਤੇਰੀ ਸੁਰਤ, ਤੇਰੇ ਗੁਣਾਂ ਦਾ ਹੋਣਾ ਜ਼ਰੂਰੀ ਹੈ। ਇਹਨਾਂ ਨੇ ਗੁਣਾਂ ਨੂੰ ਅਵਗੁਣ ਬਣਾ ਕੇ, ਰਸ ਬਣਾ ਕੇ, ਜ਼ਹਿਰ ਤੱਕ ਸਰੀਰ ਦੇ ਅੰਦਰ ਜ਼ਹਿਰ ਸਿੰਚਣ ਦਾ ਕੰਮ ਕੀਤਾ ਹੈ। ਤੇ ਬਾਬਾ ਜੀ ਕਹਿੰਦੇ ਨੇ ਮੇਰੇ ਮਾਲਕ ਹੁਣ ਇਸ ਸਰੀਰ ਰੂਪੀ ਘਰ ਦੇ ਅੰਦਰ ਰਹਿਣ ਨੂੰ ਮਨ ਕਰਦਾ ਹੀ ਨਹੀਂ। ਇਹ ਅਸਲ ਵਿੱਚ ਜਗਿਆਸੂ ਦਾ ਅੰਦਰ ਹੈ। ਪਰ ਸਾਹਿਬ ਕਹਿੰਦੇ ਨੇ ਨਿਰਾਸ਼ਤਾ ਨਹੀਂ, ਜਿਹਨੂੰ ਸੋਝੀ ਆ ਜਾਏ ਵੀ ਇਹਨਾਂ ਦਾ ਗਿਆਨ ਇੰਦਰੀਆਂ ਦਾ ਕਰਮ ਕੀ ਹੈ, ਉਹ ਫਿਰ ਨਿਰੰਤਰ ਯਤਨ ਕਰਦਾ ਹੈ, ਪ੍ਰਯਾਸ ਕਰਦਾ ਹੈ। ਤੇ ਗੱਲ ਚੇਤੇ ਰੱਖਿਓ, ਜਿਹੜਾ ਨਿਰੰਤਰ ਪ੍ਰਯਾਸ ਕਰਦਾ ਹੈ, ਬੱਚਾ ਜਦੋਂ ਛੋਟਾ ਹੁੰਦਾ ਹੈ ਨਾ, ਵੇਖੋ ਇਹ ਸਾਡੇ ਜੀਵਨ ਦੀਆਂ ਪ੍ਰੈਕਟੀਕਲ ਗੱਲਾਂ ਨੇ ਸਾਧ ਸੰਗਤ। ਬਹੁਤ ਕੁਝ ਇਹਨਾਂ ਵਿੱਚੋਂ ਸਮਝਿਆ ਤੇ ਜਾਣਿਆ ਜਾ ਸਕਦਾ ਹੈ। ਬਚਪਨ ਦੇ ਵਿੱਚ ਬੱਚਾ ਜਦੋਂ ਉਹ ਰਿੜਦਾ ਹੈ ਤੇ ਟੁਰਨ ਦੀ ਜਾਂਚ ਸਿੱਖਦਾ ਹੈ, ਰਿੜਨ ਤੇ ਤੁਰਨ ਦੀ ਜਾਂਚ ਦੇ ਦਰਮਿਆਨ ਇੱਕ ਫਾਸਲਾ ਹੈ। ਉਸ ਫਾਸਲੇ ਦੇ ਦਰਮਿਆਨ ਉਹ ਬਹੁਤ ਵਾਰੀ ਚੱਲਣ ਦਾ ਯਤਨ ਕਰਦਾ ਹੈ, ਫਿਰ ਡਿੱਗਦਾ ਹੈ, ਚੱਲਣ ਦਾ ਯਤਨ ਕਰਦਾ ਹੈ, ਫਿਰ ਡਿੱਗਦਾ ਹੈ, ਸਹਾਰਾ ਲੈਂਦਾ ਹੈ, ਕਿਸੇ ਚੀਜ਼ ਨੂੰ ਫੜ ਕੇ ਚੱਲਦਾ ਹੈ। ਪਰ ਇੱਕ ਦਿਨ ਉਹ ਸਫਲ ਹੋ ਜਾਂਦਾ ਹੈ, ਆਪਣੇ ਨਾ ਨੇਤਰਾਂ ਤੇ ਆਪਣੇ ਨਾ ਪੈਰਾਂ ਤੇ ਦੌੜਦਾ ਹੈ। ਤੇ ਜਦੋਂ ਦੌੜਦਾ ਹੈ ਪੈਰਾਂ ਤੇ, ਫਿਰ ਬਹੁਤ ਖੁਸ਼ ਹੁੰਦਾ ਹੈ। ਉਹਨੂੰ ਇੰਜ ਲੱਗਦਾ ਵੀ ਜਿਵੇਂ ਉਹਨੇ ਬਹੁਤ ਵੱਡਾ ਕਰਮ ਅੱਜ ਕਰ ਲਿਆ ਹੈ। ਸਭ ਕਹਿੰਦੇ ਨੇ ਚੇਤੇ ਰੱਖੀ, ਤੇਰੇ ਗਿਆਨ ਇੰਦਰੇ ਤੈਨੂੰ ਪ੍ਰਮਾਤਮਾ ਦੇ ਘਰ ਤੱਕ ਲੈ ਕੇ ਜਾਣਗੇ। ਪਰ ਉਸ ਸਫ਼ਰ ਦੇ ਦਰਮਿਆਨ ਤੇ ਇਹਨਾਂ ਕਰਮ ਇੰਦਰੀਆਂ ਦੇ ਬਾਹਰੀ ਕਰਮਾਂ ਦੇ ਦਰਮਿਆਨ ਜਿਹੜਾ ਇਹ ਸਫ਼ਰ ਤੂੰ ਤੈਅ ਕਰਨਾ ਹੈ, ਇਹਦੇ ਦਰਮਿਆਨ ਤੂੰ ਬਹੁਤ ਵਾਰੀ ਡਿੱਗੇਗਾ। ਪਰ ਜੇ ਤੂੰ ਡਿੱਗਣ ਵਾਲੀ ਅਵਸਥਾ ਨੂੰ ਵੇਖ ਕੇ ਰੁਕ ਗਿਆ, ਤੂੰ ਕਦੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਪਰ ਜੇ ਡਿੱਗ ਕੇ ਫਿਰ ਖੜਾ ਹੋ ਕੇ ਫਿਰ ਚੱਲਣ ਦਾ ਯਤਨ ਕਰੇਗਾ, ਫਿਰ ਤੈਨੂੰ ਤੇਰੇ ਮਾਲਕ ਦਾ ਦਰ ਜ਼ਰੂਰ ਮਿਲੇਗਾ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਉਹ ਕਹਿੰਦੇ ਨੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ। ਸਤਿਗੁਰੂ ਪਰਮਾਤਮਾ ਜੀ, ਹੇ ਮੇਰੇ ਮਾਲਕ ਜੀ, ਆ ਗਲੀਆਂ ਕਿਹੜੀਆਂ ਕਰਮ ਗਿਆਨ ਇੰਦਰੇ ਜਿਨ੍ਹਾਂ ਰਾਹੀਂ ਬੰਦੇ ਨੇ ਗਿਆਨ ਹਾਸਲ ਕਰਕੇ ਪਹੁੰਚਣਾ ਸੀ। ਹੁਣ ਇਹ ਗਲੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚਿੱਕੜ ਨਾਲ ਭਰੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਨਾਲ ਭਰ ਗਈਆਂ ਨੇ। ਹੁਣ ਇਹਨਾਂ ਗਲੀਆਂ ਦੇ ਵਿੱਚੋਂ ਲੰਘ ਕੇ ਮੈਂ ਜਾਣਾ ਹੈ ਮਾਲਕ ਦੇ ਘਰ, ਕਿਉਂਕਿ ਜਰੀਆ ਤੇ ਹੀ ਹੈ। ਹੁਣ ਕੋਈ ਆਖੇ ਮੈਂ ਅੱਖਾਂ ਬੰਦ ਕਰ ਲਵਾਂ, ਕੋਈ ਆਖੇ ਮੈਂ ਸੁਣਨਾ ਬੰਦ ਕਰ ਦਿਆਂ, ਜਾਂ ਇਹ ਆਖੇ ਮੈਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਵਾਂ। ਮੇਰੇ ਸਤਿਗੁਰ ਕਹਿੰਦੇ ਨੇ ਇਹ ਜੁਗਤ ਦੇ ਨਾਲ ਨਹੀਂ, ਤੂੰ ਆਪਣੇ ਆਪ ਨੂੰ ਬੰਦ ਵੀ ਕਰ ਲੇਗਾ। ਪਰ ਇੱਕ ਗੱਲ ਚੇਤੇ ਰੱਖੀ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਬਾਹਰ ਮੁਖੀ ਤੇ ਸਭ ਯਤਨ ਕਰ ਲੇਗਾ, ਪਰ ਅੰਦਰ ਦੇ ਮਨ ਨੂੰ ਚੁੱਪ ਕਿਵੇਂ ਕਰਾਏਗਾ? ਇਹ ਤੇ ਅੰਦਰ ਬੈਠਾ ਵੀ ਤਾਲਾ ਮਾਰ ਕੇ, ਕੁੰਡੀ ਮਾਰ ਕੇ ਅੰਦਰ ਬੈਠਾ ਹੋਏਗਾ। ਇਹ ਤੇ ਅੰਦਰ ਬੈਠਾ ਵੀ ਸ਼ੋਰ ਮਚਾਏਗਾ। ਤਾਂ ਹੀ ਸਾਹਿਬ ਨੇ ਕਿਹਾ, ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਖੰਦਾ, ਅਜ ਹੂੰ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਘਰ ਛੱਡਿਆ, ਪਰਿਵਾਰ ਛੱਡਿਆ, ਜੰਗਲਾਂ ਦੇ ਅੰਦਰ ਗਏ, ਕੰਦ ਮੂਲ ਖਾਧਾ। ਪਰ ਬਾਬਾ ਜੀ ਕਹਿੰਦੇ ਨੇ ਸੱਚ ਹੈ, ਬਾਬਾ ਕਬੀਰ ਸਾਹਿਬ ਜੀ ਦੇ ਇਹ ਅਮੋਲਕ ਬਚਨ ਨੇ। ਉਹ ਕਹਿੰਦੇ ਨੇ ਇੰਨਾ ਕੁਝ ਕਰਕੇ ਵੀ ਭਲਿਆ ਜੇ ਮਨ ਨੇ ਵਾਸ਼ਨਾ ਹੀ ਨਾ ਛੱਡੀ, ਤੇ ਫਿਰ ਤੇਰਾ ਇੰਨਾ ਕੁਝ ਕਰਨ ਦਾ ਵੀ ਕੀ ਲਾਭ? ਕਿਉਂਕਿ ਵਾਸ਼ਨਾ ਤੇ ਸੁਰਤ ਦੇ ਅੰਦਰ ਹੈ, ਵਿਕਾਰ ਸੁਰਤ ਦੇ ਅੰਦਰ ਨੇ। ਸੁਰਤ ਵਿੱਚੋਂ ਬਾਹਰ ਨਿਕਲਣਗੇ ਤੇ ਗੱਲ ਬਣਨੀ ਹੈ। ਮੇਰੇ ਸਾਹਿਬ ਕਹਿੰਦੇ ਨੇ ਇੱਕੋ ਹੀ ਤਰੀਕਾ ਹੈ, ਉਸ ਕਰਤੇ ਦੇ ਗੁਣਾਂ ਨੂੰ ਗਾਇਆ ਕਰ, ਉਹਦੇ ਗੁਣਾਂ ਨੂੰ ਚੇਤੇ ਕਰਿਆ ਕਰ। ਡਿੱਗੇਗਾ ਪਰ ਡਿੱਗਣ ਦਾ ਅਫਸੋਸ ਨਾ ਕਰੀ, ਡਿੱਗ ਕੇ ਫਿਰ ਖੜਾ ਹੋ ਜਾਈ, ਫਿਰ ਨਿਰੰਤਰ ਚੱਲੀ। ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ। ਸਤਿਗੁਰੂ ਜੇ ਚੱਲਦਾ ਹਾਂ ਤੇ ਕਰਮ ਇੰਦਰੇ ਗਿਆਨ ਇੰਦਰੇ ਮੈਲੇ ਹੁੰਦੇ ਨੇ, ਤੇ ਜੇ ਰੁਕ ਜਾਣਾ ਤੇ ਤੇਰੇ ਨਾਲੋਂ ਨੇ ਟੁੱਟਦਾ ਏ। ਰੁਕਣਾ ਕਿਸੇ ਗੱਲ ਦੀ ਪ੍ਰਾਪਤੀ ਨਹੀਂ, ਰੁਕ ਜਾਵਾਂਗਾ ਤੇ ਕੁਝ ਵੀ ਹਾਸਲ ਨਹੀਂ ਕਰ ਸਕਦਾ। ਜੇ ਚੱਲਾਂਗਾ ਤੇ ਹਾਂ ਇੱਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗਾ। ਸਭ ਕਹਿੰਦੇ ਨੇ ਰੱਬ ਜੀ ਦੇ ਬੇਅੰਤ ਗੁਣ, ਇਹਨਾਂ ਗੁਣਾਂ ਨੂੰ ਚੇਤੇ ਕਰ। ਅਗਮ ਦਾ ਮਤਲਬ ਹੈ ਜਿੰਦੇ ਤੱਕ ਪਹੁੰਚਿਆ ਨਾ ਜਾ ਸਕੇ। ਅਗੋਚਰ ਦੇ ਆਖਰੀ ਅਰਥ ਨੇ ਵੈਸੇ ਜਿਹਨੂੰ ਵੇਖਿਆ ਨਾ ਜਾ ਸਕੇ ਜਾਂ ਜਿੰਦੇ ਤੱਕ ਪਹੁੰਚ ਨਾ ਕੀਤੀ ਜਾ ਸਕੇ। ਸਭ ਕਹਿੰਦੇ ਨੇ ਉਹ ਜਿਹੜੇ ਪਰਮਾਤਮਾ ਅਕਾਲ ਪੁਰਖ, ਉਹਨੂੰ ਇਹਨਾਂ ਨੇਤਰਾਂ ਦੇ ਨਾਲ ਵੇਖਿਆ ਨਹੀਂ ਜਾ ਸਕਦਾ।
ਜਾਂ ਇਉਂ ਕਹਿ ਲਓ ਆ ਜਿਹੜੇ ਰੱਬ ਨੇ ਇੰਦਰੀਆਂ ਦਿੱਤੀਆਂ ਨੇ, ਗਿਆਨ ਇੰਦਰੀਆਂ, ਇਹਨਾਂ ਦੇ ਨਾਲ ਉਹਦੇ ਤੱਕ ਜੇ ਪਹੁੰਚ ਕਰਨੀ ਹੋਵੇ, ਸਭ ਕਹਿੰਦੇ ਨੇ ਬਾਹਰ ਮੁਖੀ ਇਹਨਾਂ ਇੰਦਰੀਆਂ ਦੇ ਨਾਲ ਉਹਨੂੰ ਵੇਖਿਆ ਨਹੀਂ ਜਾ ਸਕਦਾ। ਬਾਹਰ ਮੁਖੀ, ਹਾਂ ਜੇ ਸਾਨੂੰ ਕੋਈ ਆਖੇ ਰੱਬ ਦਾ ਸਰੂਪ ਬਿਆਨ ਕਰੋ ਜੀ ਕਿਹੋ ਜਿਹਾ, ਤੇ ਸਭ ਦੀ ਬਾਣੀ ਕਹਿੰਦੀ ਉਹਨੂੰ ਥਾਪਿਆ ਬਣਾਇਆ ਜਾ ਹੀ ਨਹੀਂ ਸਕਦਾ, ਉਹਨੂੰ ਬਿਆਨ ਕਿਵੇਂ ਕਰਾਂਗੇ। ਪਰ ਅੰਦਰ ਦੀ ਜਿਹੜੀ ਪਿਆਸ ਹੈ, ਅੰਦਰ ਦੀ ਜਿਹੜੀ ਤੜਫ ਹੈ, ਉਹ ਉਹਦੇ ਗਿਆਨ ਦੇ ਵਿੱਚੋਂ ਉਹਦੇ ਇੱਕ ਸਰੂਪ ਨੂੰ ਕੱਢਦੀ ਏ। ਉਹ ਇਹੋ ਜਿਹਾ ਸਰੂਪ ਹੈ ਜਿਹੜਾ ਉਹਦੇ ਅੰਮ੍ਰਿਤ ਗੁਣਾਂ ਦੇ ਬੇਸ ਦੇ ਆਧਾਰ ਤੇ ਬਣਦਾ ਹੈ। ਉਹ ਗੁਣਾਂ ਦੇ ਆਧਾਰ ਤੇ ਬਣਿਆ ਹੋਇਆ ਰੂਪ, ਸਭ ਕਹਿੰਦੇ ਨੇ ਉਹ ਤੇਰੇ ਜੀਵਨ ਦੇ ਅੰਦਰ ਕ੍ਰਾਂਤੀ ਲੈ ਕੇ ਆਏਗਾ, ਤੈਨੂੰ ਸਮਝਣ ਤੇ ਇਸ ਜੀਵਨ ਵਿੱਚ ਵਰਤਨ ਦੀ ਜਾਂਚ ਦੇਗਾ। ਤਾਂ ਹੀ ਸਤਿਗੁਰ ਕਹਿੰਦੇ ਨੇ ਅਗਮ ਅਗੋਚਰਾ, हे ਨਾ ਪਹੁੰਚ ਕਰ ਕੀਤੇ ਜਾਣ ਵਾਲੇ ਸਤਿਗੁਰੂ, ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਦੂਰ ਮੇਰੇ ਮਾਲਕ ਤੇਰਾ ਅੰਤ ਕੋਈ ਨਹੀਂ ਪਾ ਸਕਦਾ, ਤੇਰੇ ਅੰਤ ਨੂੰ ਕਿਸੇ ਨੇ ਨਹੀਂ ਪਾਇਆ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਆਖਿਆ, ਵੇਲ ਨਾ ਪਾਇਆ ਪੰਡਤੀ। ਸਭ ਕਹਿੰਦੇ ਨੇ ਪੰਡਤ ਉਸ ਵੇਲੇ ਦੀ ਭਾਲ ਨਹੀਂ ਕਰ ਸਕੇ, ਤੂੰ ਕਿਦੋਂ ਬਣਿਆ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਕਾਦੀਆਂ ਨੇ ਕੁਰਾਨ ਲਿਖ ਕੇ ਰੱਖ ਦਿੱਤੇ, ਪਰ ਸਤਿਗੁਰ ਕਹਿੰਦੇ ਨੇ ਕੁਰਾਨ ਦੇ ਅੰਦਰ ਵੀ ਸਤਿਗੁਰ ਜੀ ਤੇਰਾ ਅੰਤ ਨਹੀਂ। ਕੋਈ ਇਹ ਨਹੀਂ ਦੱਸ ਸਕਿਆ ਤੇਰੀ ਹਸਤੀ ਇਹ ਕਿਦੋਂ ਸੰਸਾਰ ਨੂੰ ਪੈਦਾ ਕਰਦੀ ਹੈ, ਤੂੰ ਕਿਦੋਂ ਇਸ ਸ੍ਰਿਸ਼ਟੀ ਨੂੰ ਸਾਜਿਆ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ। ਸੋਈ ਸਤਿਗੁਰ ਤੂੰ ਆਪ ਜਾਣਦਾ ਹੈ। ਇੰਨਾ ਹੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਉ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ 100 ਨਾ ਥਾਉ, ਪੀ ਤੇਰੀ ਕੀਮਤ ਨਾ ਪਵੇ ਹੂੰ ਕੇਵੜਿਆ ਖਾਨਾ। ਸਤਿਗੁਰੂ ਮੇਰੀ ਕਰੋੜਾਂ ਸਾਲ ਦੀ ਉਮਰ ਹੋ ਜਾਏ, ਇਹ ਪਵਨ ਹਵਾ ਇਹਨੂੰ ਮੈਂ ਖਾ ਤੇ ਪੀ ਕੇ ਆਪਣਾ ਜੀਵਨ ਬਤੀਤ ਕਰਾਂ, ਮੈਨੂੰ ਭੋਜਨ ਦੀ ਵੀ ਜ਼ਰੂਰਤ ਨਾ ਪਵੇ, ਮੈਨੂੰ ਕਮਾਣਾ ਵੀ ਨਾ ਪਵੇ, ਤੇਰੀ ਹਵਾ ਮੇਰਾ ਆਹਾਰ ਬਣ ਜਾਏ। ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਇੱਕ ਗੁਫਾ ਦੇ ਅੰਦਰ ਚੌਂਕੜੀ ਮਾਰ ਕੇ ਬਹਿ ਜਾਵਾਂ, ਨਾ ਕਦੀ ਚੰਦਰਮਾ ਦੇਖਾਂ, ਨਾ ਸੂਰਜ ਦੇਖਾਂ, ਨਾ ਦਿਨ ਦੇਖਾਂ, ਨਾ ਰਾਤ ਦੇਖਾਂ, ਕਿਦੋਂ ਦਿਨ ਚੜਿਆ ਕਿਦੋਂ ਰਾਤ ਹੋਈ ਕੁਝ ਪਤਾ ਨਾ ਹੋਵੇ। ਸਤਿਗੁਰ ਜੀ ਸੁਪਨੇ ਦੇ ਵਿੱਚ ਵੀ ਕਦੀ ਨੀਂਦ ਨਾ ਲਵਾਂ, ਪਰ ਸੱਚ ਇੰਨਾ ਕੁਝ ਕਰਕੇ ਵੀ ਮੈਂ ਆਖਾਂ ਵੀ ਤੇਰੀ ਕੀਮਤ ਪਾ ਲਵਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪੀ ਤੇਰੀ ਕੀਮਤ ਨਾ ਪਵੇ। ਸਭ ਕਹਿੰਦੇ ਨੇ ਤੇਰਾ ਅੰਤ ਨਾ ਪਾਇਆ, ਪੀ ਤੇਰੀ ਕੀਮਤ ਨਾ ਪਵੇ ਹੂੰ ਕੇਵਡ ਆਖਾ ਨਾਉ। ਸਤਿਗੁਰੂ ਮੈਂ ਕਿਵੇਂ ਤੇਰੇ ਨਾਮ ਨੂੰ ਬਿਆਨ ਕਰਾਂ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣੇ ਆਖਣੇ ਆਖਣਾ, ਜੇ ਭਾਵੇਂ ਕਰੇ ਤਮਾਈ। ਬੰਦਾ ਸਿਰਫ ਸੁਣਦਾ ਹੈ, ਸੁਣ ਕੇ ਆਖ ਦਿੰਦਾ ਵੀ ਰੱਬ ਇਹੋ ਜਿਹਾ ਹੈ, ਪਰ ਬਾਦਸ਼ਾਹ ਕਹਿੰਦੇ ਨੇ ਇਹ ਸੱਚ ਵਿੱਚ ਮਹਿਸੂਸ ਕਰਨ ਦੀ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਗੁਰੂ ਅਰਜਨ ਸਾਹਿਬ ਜੀ ਦੇ ਆਪ ਪੜ੍ਹਦੇ ਹੋ ਸੋਰਠ ਰਾਗ ਵਿੱਚ। ਸਾਹਿਬ ਕਹਿੰਦੇ ਨੇ ਬਸ ਉਹਨੂੰ ਅੰਦਰੋਂ ਮਹਿਸੂਸ ਕਰ। ਕਿਸੇ ਸੱਜਣ ਨੇ ਸਵਾਲ ਕੀਤਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਹੈ ਉਹ ਬੇਅੰਤ, ਹੈ ਵੀ ਉਹ ਆਪਣੀ ਇਸ ਕੁਦਰਤ ਦੇ ਅੰਦਰ, ਸਤਿਗੁਰ ਉਹਨੂੰ ਮਾਣਿਆ ਕਿਵੇਂ, ਵੇਖਿਆ ਕਿਵੇਂ ਜਾਏ। ਸਤਿਗੁਰ ਕਹਿੰਦੇ ਨੇ ਜੇ ਵੇਖਣ ਜਾਏਗਾ ਤੇ ਕਦੀ ਵੀ ਨਹੀਂ ਵੇਖ ਸਕਦਾ, ਹਾਂ ਤੂੰ ਉਹਨੂੰ ਮਹਿਸੂਸ ਕਰ ਸਕਣਾ, ਮਾਣ ਸਕਣਾ ਇਸ ਕੁਦਰਤ ਦੇ ਅੰਦਰੋਂ। ਸਤਿਗੁਰੂ ਕਿਵੇਂ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਹੈ। ਉਹ ਅਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ। ਭਾਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ, ਸਾਹਿਬ ਕਹਿੰਦੇ ਉਹਨੂੰ ਖੋਜ, ਉਹ ਤੇਰੇ ਅੰਦਰ ਹੀ ਉਹਨੂੰ ਮਹਿਸੂਸ ਕਰ, ਉਹ ਤੈਨੂੰ ਅੰਦਰੋਂ ਲੱਭੇਗਾ ਕਿਤੋਂ ਬਾਹਰੋਂ ਨਹੀਂ। ਤਾਂ ਹੀ ਅੱਜ ਸਾਹਿਬ ਜੀ ਕਹਿੰਦੇ ਨੇ, ਅੰਤੋ ਨਾ ਪਾਇਆ ਕਿਨੇ ਤੇਰਾ, ਸਤਿਗੁਰ ਕੋਈ ਤੇਰਾ ਅੰਤ ਨਹੀਂ ਪਾ ਸਕਿਆ। ਕਿੰਨੇ ਗਏ ਤੇਰੇ ਅੰਤ ਨੂੰ ਪਾਣ ਲਈ। ਭੱਟ ਜੀ ਕਹਿੰਦੇ ਨੇ, ਅੰਤ ਨਾ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛਾਡੋ। ਏਕ ਘਰੀ ਸਤਿਗੁਰੂ ਕਿੰਨੇ ਤੇਰੇ ਅੰਤ ਨੂੰ ਪਾਣ ਲਈ ਗਏ ਨੇ, ਪਰ ਮੇਰੇ ਮਾਲਕ ਜੀ
तेरा अंत कोई भी नहीं पा सकिया। अंत का मतलब हुंदा है साध संगत कि इस मुकाम ते पहुंच जाना भी उनकी वाहद हस्ती किड्डी को है। सब कहते ने उत्ते बेअंत है। उन्हें जुगां तो कुदरत साजी बनाई, उन्हें ये पसारा तनिया पता नहीं किन्नी बारी बनाया किन्नी बारी ढाया, पर सच है इस कुदरत दे अंदर बंदे दी हस्ती कुछ समय दी है, जेड़ा इन्ने सालां इन्ने हज़ारां सौ सालां तो इस कुदरत नूं चला रहा है। सब कहते ने कुछ सालां दी जिंदगी जीण वाला उनका अंत कित्थों पा लेगा, नहीं पा सकता। ताई सब कहते ने अंतो ना पाया किन्ने तेरा सतगुर, कोई तेरा अंत नहीं पा सकिया। किन्ने तेरा दा पावे कोई भी, ये सतगुर तेरा अंत नहीं पा सकिया। अपना आप तू जाने, अपने आप नू तू आप जानदा है। भाव ये मेरे मालक जी तेरी हस्ती की है, ये जीव नहीं जान सकता, पर हाँ ये तू आप जानदा भी तू किड्डा वड्डा है। देखो ये गल बिल्कुल इसे तरह की साध संगत, जिवें मान लो मैं तुहाडे सामने बैठा, तुसी आखो भी भाई साहब दे अंदर, भाई साहब दे सोच विच सुरत विच जो कुछ है असीं उहनूं जान लईए। गुरमुखो मेरे अंदर नूं तुसी नहीं जान सकदे, मेरे अंदर दा मैनूं पता है। हाँ जिहड़े संसार विच झूठे दावे करदे ने ਉਹ ਬੰਦੇ ਅਸਲ ਵਿੱਚ ਪ੍ਰਪੰਚ ਕਰਦੇ ਨੇ, ਸਾਡੀ ਸੁਰਤ ਨਾਲ ਖੇਡਦੇ ਨੇ। ਉਹਨਾਂ ਨੂੰ ਪਤਾ ਹੈ ਹਰ ਬੰਦਾ ਸੰਸਾਰ ਵਿੱਚ ਦੁਖੀ ਹੈ, ਤੇ ਦੁਖੀ ਬੰਦੇ ਦੇ ਉਹ ਇਸ ਦੁਖੀਪਨ ਦਾ ਇਸ ਦੁਖਾਂਤ ਦਾ ਉਹ ਲੋਕ ਸਮਾਜ ਵਿੱਚ ਫਾਇਦਾ ਚੁੱਕਦੇ ਨੇ। ਮੇਰੇ ਸਾਹਿਬ ਜੀ ਨੇ ਜ਼ਿਕਰ ਕੀਤਾ, ਪਾਤਸ਼ਾਹ ਕਹਿੰਦੇ ਨੇ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ। ਸਤਿਗੁਰੇ ਜਿੰਨੇ ਜੀ ਨੇ, ये जिन्ने जंत तू पैदा किते ने, सब तेरी खेड है, ये सब तेरा पसारा है। बाजीगर जैसे बाजी पाई, नाना रूप बेख दिखलाई, सांग उतार थम्यो पसारा, तब एको एकं कारा। सतगुर तू बाजीगर है जिन्हें खेड पाई, जी जंत पैदा किते, जी जंत सब खेल तेरा, ये सब तेरी खेड है। तू संसार विच जी जंत पैदा किते, क्या को आख वखाने, पर मेरे मालक जी कोई की आख के बखाने भी, तेरी कुदरत दा की अंत है, इन्हां जियां दा की अंत है। सच है मेरे सतगुर की पावन बाणी विचों सी एक हिंसा बड़ी बड़ी जिक्र करने, जो कुदरत दे गल आउंदी है असीं कहने रब ने 84 लाख जूना बनाईआं। मैं बेनती करदिआं 84 लाख जूना गुरु नानक साहब जी तो पहलां लोकां दी मनोत सी। साहब धन गुरु नानक पातशाह जी ने आख्या नहीं भलिओ 84 लाख ते उन्हां दी मनोत, जेड़े तुरे कोई नहीं, जेड़े कियास लांदे ने, जेड़े सतगुर दे घर नूं, जेड़े परमात्मा दी कुदरत दे विच जग्यासू बन के चलना शुरू कर देंदे ने। वो कहंदे ने सतगुर जी कुदरत कवन कहाँ विचार वारिया ना जावां, एक बार तेरी कुदरत तो मैं सतगुर एक बार बलिहार नहीं जा सकदा, इन्नी बेअंत है। इत्थे दे सतगुर कहंदे ने असंख्या ने जप तप करन वाले, असंख्या ने मूर्ख अंध घोर, असंख जी जात जंत ने, ये सतगुर कहंदे ने कोई गिणती कोई पारावार ही नहीं। तां साहब कहंदे ने जी जंत सब खेल तेरा, ये सब तेरी खेड़े, क्या को आख वखाने, आखै तां वेखै सब तू है। सतगुर आखदा भी है ते वेखदा भी है, सब तू है, तू आप। ये सब पसारे नूं तू आप पैदा करन वाला है, इनू तू आख सकना है, तू वेखना है। भाव ये सब तेरे बोल दे अंदर बज्जा होया पसारा है। एक कवाओ तू करना है ते सब बन जाता है। तेरी रसना तो तेरे अंदरों एक बोल निकलता है ते सब बना हो जाता है। आखे तां वेखें, आखदा भी तू है, कोई होर जीव सतगुर तेनू बयान नहीं कर सकता। ये सब जीव तेरी ही रचना है, तू आप इस खेड़ नू बनाने वाला है। पर सत कहंदे ने हर एक जीव की संभाल तू आप करदा, जिन जगत वो पाया जिस करदे मालक जी, जिसने जगत पैदा किया है उही आखदा है ते उही वेखदा है, हर एक दे अंदर बैठा होया। ये देखो परमात्मा की रचना, इनू समझिए। मेरे सतगुर कहंदे ने अंत कोई नहीं पा सकता, पर धन गुरु अमरदास पातशाह कहंदे ने बैठा सारियां दे अंदर वेख भी रहा ते बोल भी रहा। ध्यान देना, मैं जिन्ना कुछ बोल रहा, मैं ये नहीं कह सकता भी मैं अपने बल नाल बोल रहा।
ਸੱਚ ਜਾਣਿਓ ਜੇ ਮੈਂ ਆਪਣੇ ਬਲ ਨਾਲ ਬੋਲ ਰਿਹਾ ਹੁੰਦਾ ਤੇ ਜਿਸ ਦਿਨ ਤਨ ਤੇ ਬਜ਼ੁਰਗੀ ਆਂਦੀ ਏ, ਪਾਤਸ਼ਾਹ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਕੰਬਨ ਲੱਗੀ ਦੇ, ਫਿਰ ਜ਼ੁਬਾਨ ਕੰਬਦੀ ਏ, ਸਰੀਰ ਕੰਬਦਾ ਏ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਉਹ ਦਿਨ ਭਰੇ ਹੋਏ ਗਲੇ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਜੇ ਬੋਲ ਮੇਰੀ ਤਾਕਤ ਮੇਰੀ ਸਮਰੱਥਾ ਹੈ ਤੇ ਸੱਚ ਜਾਣਿਓ ਬੋਲ ਸਦਾ ਇੱਕੋ ਵਰਗੇ ਰਹਿ। ਇਹ ਬੋਲ ਕਦੀ ਵੀ ਖਿੰਡਣ ਨਾ, ਇਹ ਬੋਲ ਕਦੀ ਵੀ ਖਤਮ ਨਾ ਹੋਣ। ਜੇ ਇਹ ਸਰੀਰ ਮੇਰੀ ਸਮਰੱਥਾ ਤੇ ਮੇਰਾ ਬਲ ਹੈ, ਸੱਚ ਜਾਣਿਓ ਹਰ ਬੰਦਾ ਸੰਸਾਰ ਦੇ ਅੰਦਰ ਜਵਾਨ ਰਹੇ, ਉਹ ਕਦੀ ਬਜ਼ੁਰਗੀ ਦੀ ਦਹਲੀਜ਼ ਤੇ ਨਹੀਂ ਜਾਏਗਾ, ਕਿਉਂਕਿ ਇਹ ਅਸਲ ਵਿੱਚ ਆਪਣਾ ਹੈ ਹੀ ਨਹੀਂ। ਸਾਹਿਬ ਕਹਿੰਦੇ ਨੇ ਕਰਤੇ ਦੀ ਰਚਨਾ ਹੈ, ਪਰ ਖੇਡ ਦੇਖੋ ਮੇਰੇ ਦਾਦੇ ਦੀ। ਸਾਹਿਬ ਕਹਿੰਦੇ ਨੇ ਅੰਦਰ ਬੈਠਾ ਹੋਇਆ ਆਖ ਵੀ ਰਿਹਾ ਹੈ, ਅੱਖਾਂ ਰਾਹੀਂ ਵੇਖ ਵੀ ਰਿਹਾ ਹੈ, ਜਿਸ ਕਰਤੇ ਨੇ ਜਗਤ ਪੈਦਾ ਕੀਤਾ ਸਭਨਾ ਦੇ ਅੰਦਰ ਹੈ। ਊਂਚ ਨੀਚ ਮੈਂ ਜੋਤ ਸਮਾਣੀ, ਸਭਨਾ ਦੇ ਅੰਦਰ ਹੈ। ਪਾਤਸ਼ਾਹ ਜੀ ਕਹਿੰਦੇ ਨੇ ਸਭੈ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਤੇ ਅਖੀਰਲੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਕਹੇ ਨਾਨਕ ਤੂੰ ਸਦਾ ਅਗੰਮ ਹੈ। हे ਨਾਨਕ ਜੀ ਇਹ ਆਖ ਕਿ ਮੇਰੇ ਸਤਿਗੁਰ ਤੂੰ ਸਦਾ ਅਗੰਮ ਹੈ। ਅਗੰਮ ਮਤਲਬ ਪਹੁੰਚ ਤੋਂ ਪਰੇ। ਮੈਂ ਸਰੀਰ ਦਾ ਪੈਂਡਾ ਫਿਜ਼ੀਕਲੀ ਤੌਰ ਤੇ ਆਖਾਂ ਵੀ ਤੇਰੇ ਘਰ ਤੱਕ ਪਹੁੰਚ ਜਾਵਾਂ, ਸਾਰੀ ਜ਼ਿੰਦਗੀ ਬੰਦਾ ਥਾਵਾਂ ਬਦਲਦਾ ਰਹੇ ਨਹੀਂ ਪਹੁੰਚ ਸਕਦਾ। ਅਸੀਂ ਕਹਿੰਦੇ ਮੈਂ ਗੁਰੂ ਦੇ ਦਰ ਤੇ ਗਿਆ, ਧਿਆਨ ਦੇਣਾ ਦਰ ਤੇ ਆਏ ਹਾਂ, ਘਰ ਦੇ ਅੰਦਰ ਉਹ ਦਿਨ ਸ਼ਾਮਲ ਹੋਵਾਂਗੇ, ਉਹ ਦਿਨ ਪਹੁੰਚਾਂਗੇ ਜਿਸ ਦਿਨ ਸੁਰਤ ਪੈਂਡਾ ਤੈਅ ਕਰੇਗੀ। ਸਰੀਰ ਕਰਕੇ ਤੇ ਰੋਜ਼ ਆਏ, ਪਰ ਸਾਹਿਬ ਨੇ ਕਿਹਾ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ। ਸਰੀਰ ਕਰਕੇ ਤੁਰਿਆ, ਜਿੱਦਨ ਸੁਰਤ ਕਰਕੇ ਤੁਰਾਂਗੇ ਪੈਂਡਾ ਤੇ ਉਹ ਦਿਨ ਤੈਅ ਹੋਣਾ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਤੇਰਾ ਅੰਤ ਨਾ ਪਾਇਆ ਮੇਰੇ ਦਾਤਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਬੇਅੰਤ ਹੈ। ਪਰ ਹਾਂ ਜਿਹੜੇ ਇਸ ਬੇਅੰਤ ਕਰਤੇ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜਿਹੜੇ ਕਰਤੇ ਦੇ ਚਰਨਾਂ ਨਾਲ ਜੁੜ ਜਾਣ, ਉਹ ਆਪਣੀ ਰਸਨਾ ਤੋਂ ਕਹਿੰਦੇ ਨੇ ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਨਾ ਕਰ ਮਹਿਰਮਤ ਸਾਈਂ, ਕਿਰਪਾ ਕੀਜੇ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ। ਸਤਿਗੁਰ ਕਿਰਪਾ ਕਰਨ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਬਖਸ਼ ਦੇਣ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ